ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਧੰਨਵਾਦ ਅਤੇ ਆਪ ਦੀ ਮਹਿਮਾ, ਆਪ ਦੀ ਵਡਿਆਈ, ਆਪ ਦੀ ਉਸਤਤ ਕਰਦੇ ਹਾਂ। ਰੋਜ਼ਮਰਾ ਦੀ ਜ਼ਿੰਦਗੀ ਦੀ ਤਰ੍ਹਾਂ ਤੂੰ ਸਾਨੂੰ ਨਿਤ ਪ੍ਰਤੀ ਦਿਨ ਆਪਣਾ ਜੀਵਨ ਦੇ ਕੇ ਆਪਣੀ ਮਹਿਮਾ ਦੇ ਲਈ ਸਾਨੂੰ ਖੜਾ ਕਰਦਾ ਹੈ ਅਤੇ ਇਸਤੇਮਾਲ ਕਰਦਾ ਹੈ। ਪਰਮੇਸ਼ਰ ਆਪ ਨੂੰ ਇਹ ਪਾਇਆ ਹੈ ਕਿ ਅਸੀਂ ਆਪ ਦੀ ਸੰਗਤ ਕਰਦਿਆਂ ਹੋਇਆਂ, ਆਪ ਦੇ ਵਚਨ ਨੂੰ ਸਿੱਖਦਿਆਂ ਹੋਇਆਂ ਤੇਰੇ ਰਾਜ ਵਿੱਚ ਬਣੇ ਪਾਏ ਜਾਈਏ। ਪਰਮੇਸ਼ਰ, ਜਦੋਂ ਅਸੀਂ ਹੁਣ ਨਿਆਂ ਦੇ ਵਿਖੇ ਤੇਰੇ ਵਚਨ ਨੂੰ ਸਿੱਖ ਰਹੇ ਹਾਂ, ਅੱਜ ਅਸੀਂ ਉਸ ਦੇ ਚੌਥੇ ਪੜਾਵ ਦੇ ਵਿੱਚ ਆ ਚੁੱਕੇ ਹਾਂ। ਉਹ ਪਰਮੇਸ਼ਰ ਪਿਤਾ ਇਸ ਦੇ ਵਿੱਚ ਸਾਨੂੰ ਮਸੀਹੀ ਵਿਸ਼ਵਾਸੀਆਂ ਦੇ ਨਿਆਂ ਦੇ ਬਾਰੇ ਸਿੱਖਣ ਦੇ ਲਈ ਮਦਦ ਕਰ, ਜਿਸ ਦੇ ਨਾਲ ਪਰਮੇਸ਼ਰ ਤਾਂ ਅਸੀਂ ਸਿੱਖਦੇ ਹੋਏ ਤੇਰੇ ਰਾਜ ਵਿੱਚ ਅੱਗੇ ਵਧਦੇ ਜਾਈਏ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਆਪਣੀ ਤੌਫੀਕ ਦੇ ਨਾਲ ਇਸਤੇਮਾਲ ਕਰ ਔਰ ਤੇਰਾ ਆਤਮਾ ਸਾਡੇ ਵਿੱਚ ਬੋਲਦਾ ਜਾਵੇ ਤੇ ਅਸੀਂ ਸਿੱਖਦੇ ਜਾਈਏ। ਅਜਿਹਾ ਹੋਣ ਦੇ ਲਈ ਸਾਨੂੰ ਮਦਦ ਕਰ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅਸੀਂ ਇਹ ਸਿੱਖ ਰਹੇ ਹਾਂ ਪਿਛਲੇ 3 ਭਾਗਾਂ ਦੇ ਵਿੱਚ ਕਿ ਸਾਡਾ ਨਿਆਂ ਮਸੀਹ ਦੇ ਨਿਆਂ ਆਸਣ ਦੇ ਅੱਗੇ ਹੋਣਾ ਹੈ ਔਰ ਸਾਡਾ ਮੌਤ ਤੋਂ ਬਾਅਦ ਨਿਆਂ ਹੈ। ਤੇ ਪਿਛਲੇ ਤੀਸਰੇ ਪੜਾਵ ਦੇ ਵਿੱਚ ਅਸੀਂ ਇਹ ਸਿੱਖਿਆ ਸੀ ਕਿ ਸਾਰੇ ਮਸੀਹੀ ਨਿਆਂ ਦੇ ਅਧੀਨ ਹੋਣਗੇ। ਦੂਸਰਾ ਅਸੀਂ ਸਿੱਖਿਆ ਸੀ ਕਿ ਇਹ ਨਿਆਂ ਮਸੀਹ ਦੇ ਕਲੀਸਿਆ ਦੇ ਲਈ ਔਰ ਉਹਨਾਂ ਦੇ ਵਿਸ਼ਵਾਸ ਦੇ ਅਨੁਸਾਰ ਹੋਵੇਗਾ। ਉਸ ਦੇ ਵਿੱਚ ਅਸੀਂ ਕੁਝ ਹਿੱਸਾ ਸਿੱਖ ਚੁੱਕੇ ਸੀ, ਪਰ ਅੰਤ ਗੱਲ ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ, ਜਿਹੜੇ ਮਸੀਹ ਦੇ ਵਿੱਚ ਵਿਸ਼ਵਾਸ ਦੇ ਨਾਲ ਜੀਵਨ ਜਿਉਂਦੇ ਨੇ, ਚਾਹੇ ਕਿੰਨੀ ਵੀ ਮੁਸੀਬਤ ਆਵੇ, ਕਿੰਨਾ ਵੀ ਕਸ਼ਟ ਆਵੇ ਔਰ ਕਿੰਨੀਆਂ ਵੀ ਸਾਡੇ ਜੀਵਨ ਦੇ ਵਿੱਚ ਵਿਪਤਾਂ ਆਉਣ, ਉਹ ਜਿਹੜੇ ਵਿਸ਼ਵਾਸ ਦੇ ਵਿੱਚ ਬਣੇ ਰਹਿਣਗੇ, ਪਰਮੇਸ਼ਰ ਉਹਨਾਂ ਨੂੰ ਉਹਨਾਂ ਦੇ ਜੀਵਨ ਦੀ ਵਿਸ਼ਵਾਸ ਯੋਗਤਾ ਦਾ ਪ੍ਰਤੀਫਲ ਉਹਨੂੰ ਦੇਵੇਗਾ। ਇਹ ਗੱਲ ਅਸੀਂ ਪ੍ਰਕਾਸ਼ ਦੀ ਪੋਥੀ ਉਸ ਦਾ 20 ਅਧਿਆਇ ਉਸ ਦੀ 4 ਆਇਤ ਦੇ ਵਿੱਚ ਪੜ੍ਹ ਸਕਦੇ ਹਾਂ। ਇੱਥੇ ਲਿਖਿਆ ਹੈ 20:4 ਦੇ ਵਿੱਚ, ਮੈਂ ਗੱਦੀਆਂ ਵੇਖੀਆਂ ਅਤੇ ਉਹਨਾਂ ਉੱਤੇ ਬੈਠੇ ਹੋਏ ਸਨ, ਨਿਆਂ ਕਰਨ ਦਾ ਉਹਨਾਂ ਨੂੰ ਇਖਤਿਆਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੇ ਜੀਭਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ਰ ਦੇ ਵਚਨ ਦੇ ਕਾਰਨ ਵੱਢੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਜਾਂ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਅਤੇ ਉਹ ਦਾਗ ਆਪਣੇ ਮੱਥੇ ਉੱਤੇ ਆਪਣੇ ਹੱਥ ਉੱਤੇ ਨਹੀਂ ਲਾਇਆ ਸੀ, ਉਹ ਜੀ ਉੱਠੇ ਅਤੇ 1000 ਬਰੇ ਮਸੀਹ ਦੇ ਨਾਲ ਰਾਜ ਕਰਦੇ ਰਹੇ। ਇਹ ਨਿਆਂ ਉਹਨਾਂ ਦੇ ਵਿੱਚ ਜਿਹੜੀ ਕਲੀਸਿਆ ਉਠਾਈ ਜਾਣੀ ਹੈ, ਜਿਹੜੇ ਵਿਸ਼ਵਾਸੀ ਉਠਾਏ ਜਾਣੇ, ਜਿਨ੍ਹਾਂ ਨੇ ਉਸ ਦੁੱਖ ਨੂੰ, ਉਸ ਕਸ਼ਟ ਨੂੰ ਆਪਣੇ ਉੱਤੇ ਲੈ ਲਿਆ, ਜਿਨ੍ਹਾਂ ਨੇ ਉਸ ਨਿੰਦਾ ਨੂੰ ਆਪਣੇ ਉੱਤੇ ਸਹਿ ਲਿਆ। ਬਾਈਬਲ ਦੇ ਵਿੱਚ ਪੌਲਸ ਰਸੂਲ ਤਿਮੋਥੀਅਸ ਦੀ ਪੱਤਰੀ ਦੇ ਵਿੱਚ ਸਾਫ਼ ਤੌਰ ਤੇ ਆਖਦਾ ਹੈ, ਜਿੰਨੇ ਮਸੀਹ ਯਸੂ ਵਿੱਚ ਹਨ ਉਹ ਸਭ ਸਤਾਏ ਜਾਣਗੇ। ਜਿਹੜਾ ਕਹਿੰਦਾ ਕਿ ਤੁਹਾਡੇ ਉੱਤੇ ਸਤਾਵ ਨਹੀਂ ਆਉਣਾ, ਤੁਸੀਂ ਮਸੀਹ ਵਿੱਚ ਆ ਗਏ, ਜਿਹੜਾ ਕਹਿੰਦਾ ਕਿ ਤੁਸੀਂ ਮਸੀਹ ਵਿੱਚ ਆ ਗਏ, ਤੁਹਾਨੂੰ ਦੁੱਖ, ਕਲੇਸ਼ ਅਤੇ ਬਿਮਾਰੀ ਅਤੇ ਰੋਗ ਨਹੀਂ ਆਉਣਾ ਹੈ, ਉਹ ਮਸੀਹ ਵਿਰੋਧੀ ਹੈ। ਬਾਈਬਲ ਦੇ ਵਿੱਚ ਪੌਲਸ ਰਸੂਲ ਨੇ ਕਿਹਾ ਕਿ ਜਿੰਨੇ ਮਸੀਹ ਯਸੂ ਵਿੱਚ ਉਹ ਸਭ ਸਤਾਏ ਜਾਣਗੇ। ਔਰ ਪ੍ਰਭੂ ਯਸੂ ਮਸੀਹ ਨੇ ਆਪ ਕਿਹਾ, ਜਦ ਉਹਨਾਂ ਨੇ ਹਰੇ ਬੂਟੇ ਨੂੰ ਛੱਡਿਆ ਤਾਂ ਤੁਹਾਨੂੰ ਛੱਡ ਦੇਣਗੇ? ਨਹੀਂ। ਤੇ ਜਿਹੜੇ ਅੰਤ ਤੱਕ ਵਿਸ਼ਵਾਸਯੋਗ ਰਹਿਣਗੇ ਉਹ ਪਰਮੇਸ਼ਰ ਦੇ ਨਾਲ ਰਾਜ ਕਰਨਗੇ ਅਤੇ ਉਹਦੇ ਕੋਲੋਂ ਪ੍ਰਤੀਫਲ ਪ੍ਰਾਪਤ ਕਰਨਗੇ। ਕਲੀਸਿਆ ਦੇ ਲਈ ਇਹ ਕਲੀਸਿਆ ਦਾ ਨਿਆਂ, ਵਿਸ਼ਵਾਸੀਆਂ ਦਾ ਨਿਆਂ, ਜਿਹੜਾ ਅਸੀਂ ਦੂਸਰਾ ਕਰੰਥੀਆਂ 5 ਅਧਿਆਇ 10 ਆਇਤ ਦੇ ਵਿੱਚ ਜੋ ਉਹਨਾਂ ਨੇ ਦੇਹੀ ਦੇ ਵਿੱਚ ਕੀਤਾ, ਉਹਨਾਂ ਨੂੰ ਉਸ ਦਾ ਨਿਆਂ ਦੇਣਾ ਪਏਗਾ। ਉਸ ਨਿਆਂ ਦੇ ਵਿੱਚ ਉਹਨਾਂ ਨੂੰ ਪ੍ਰਤੀਫਲ ਮਿਲੇਗਾ।
ਤੀਸਰਾ ਤੀਸਰੀ ਇਹਦੇ ਵਿੱਚ ਵਿਸ਼ਵਾਸੀਆਂ ਦੇ ਨਿਆਂ ਦੀ ਗੱਲ ਕੀਤੀ ਜਾ ਰਹੀ ਹੈ। ਤੀਸਰੀ ਗੱਲ ਹੈ ਨਿਆਈ ਉਹਨਾਂ ਦਾ ਮਸੀਹ ਹੋਵੇਗਾ। ਇਸ ਦੇ ਬਾਰੇ ਅਸੀਂ ਦੇਖਦੇ ਹਾਂ ਯਹੋਨਾ ਦੀ ਅੰਜੀਲ 5 ਅਧਿਆਏ ਉਸ ਦੀ 22 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ। ਯਹੋਨਾ ਦੀ ਅੰਜੀਲ ਉਸ ਦਾ 5 ਅਧਿਆਏ ਉਸ ਦੀ 22 ਆਇਤ। ਇੱਥੇ ਲਿਖਿਆ ਹੋਇਆ ਹੈ 5 ਦੀ 22 ਦੇ ਵਿੱਚ ਕਹਿੰਦਾ ਹੈ, ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸਨੇ ਸਾਰਾ ਨਿਆਂ ਪੁੱਤਰ ਨੂੰ ਸੌਂਪ ਦਿੱਤਾ ਹੈ। ਵਿਸ਼ਵਾਸੀਆਂ ਦਾ ਨਿਆਂ ਮਸੀਹ ਯਸੂ ਨੇ ਕਰਨਾ ਹੈ। ਜਦੋਂ 20 ਅਧਿਆਏ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ, ਜੀਵਨ ਦੀ ਪੋਥੀ ਖੋਲੀ ਜਾਏਗੀ, ਜਿਹਦਾ ਨਾਂ ਉਹਦੇ ਵਿੱਚ ਨਹੀਂ ਹੋਵੇਗਾ ਉਹ ਅੱਗ ਦੀ ਝੀਲ ਦੇ ਵਿੱਚ ਸੁੱਟ ਦਿੱਤਾ ਜਾਏਗਾ। ਮੈਨੂੰ ਯਾਦ ਹੁੰਦਾ ਹੈ ਜਦੋਂ 22 ਅਧਿਆਏ ਦੇ ਵਿੱਚ ਵਿਆਹਣੇ ਕੱਪੜੇ ਦਾ ਪਾਏ ਹੋਏ ਪਰਮੇਸ਼ਰ ਪੁੱਤਰ ਦੇ ਵਿਆਹ ਦਾ ਜ਼ਿਕਰ ਕੀਤਾ ਗਿਆ। ਉਸ ਜ਼ਿਕਰ ਦੇ ਵਿੱਚ ਇੱਕ ਵਿਅਕਤੀ ਬਿਨਾਂ ਵਿਆਹਣੇ ਕੱਪੜੇ ਉੱਥੇ ਪਹੁੰਚਿਆ ਗਿਆ। ਤਾਂ ਜਦੋਂ ਉਸ ਨੂੰ ਪੁੱਛਿਆ ਗਿਆ ਤੂੰ ਬਿਨਾਂ ਵਿਆਹਣੇ ਕੱਪੜੇ ਇੱਥੇ ਕਿਸ ਤਰ੍ਹਾਂ ਪਹੁੰਚਿਆ, ਉਹ ਬੋਲਿਆ ਨਹੀਂ, ਉਸ ਨੂੰ ਅੰਧਕਾਰ ਦੇ ਵਿੱਚ ਸੁੱਟਿਆ ਗਿਆ। ਨਿਆਈ ਮਸੀਹ ਹੈ, ਉਸਨੇ ਸਾਡਾ ਨਿਆਂ ਕਰਨਾ ਹੈ। ਵਿਸ਼ਵਾਸੀਆਂ ਦਾ ਨਿਆਂ ਉਹਨੇ ਕਰਨਾ ਹੈ ਜੋ ਦੇਹ ਦੇ ਵਿੱਚ ਕੀਤਾ ਹੈ, ਜੋ ਆਤਮਾ ਦੇ ਵਿੱਚ ਕੀਤਾ ਉਹ ਆਤਮਾ ਦਾ। ਅਸੀਂ ਕਿਸੇ ਨਾਲ ਝੂਠ ਜਾਂ ਠੱਗੀ, ਕਿਸੇ ਨਾਲ ਕਿਸੇ ਪ੍ਰਕਾਰ ਦਾ ਧੋਖਾ ਨਹੀਂ ਕਰ ਸਕਦੇ ਮਸੀਹ ਦੇ ਵਿੱਚ ਹੋ ਕੇ। ਅੱਜ ਮੈਂ ਦੱਸ ਰਿਹਾ ਸੀ ਅਸੈਂਬਲੀ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਸੰਦੇਸ਼ ਸੀ, ਬਹੁਤ ਲੋਕ ਅੱਜ ਈਸਟਰ ਦੇ ਬਾਰੇ ਗੱਲਾਂ ਕਰ ਰਹੇ ਆ, ਬਹੁਤ ਲੋਕ ਅੱਜ ਈਸਟਰ ਦੇ ਵਿੱਚ ਗੱਲਾਂ ਕਰ ਰਹੇ ਆ। ਹਾਂ, ਯਿਸੂ ਮਸੀਹ ਜੀ ਉੱਠਿਆ ਹੈ। ਮੇਰਾ ਅੱਜ ਦਾ ਜੋ ਵਿਸ਼ਾ ਸੀ ਅਸੈਂਬਲੀ ਦੇ ਵਿੱਚ ਉਹ ਸੀ, ਕੀ ਯਿਸੂ ਤੁਹਾਡੇ ਵਿੱਚ ਜਿੰਦਾ ਹੈ? ਜੇ ਤੁਸੀਂ ਕਹਿੰਦੇ ਹੋ ਕਿ ਮਸੀਹ ਮੇਰੇ ਵਿੱਚ ਜਿੰਦਾ ਹੈ ਤਾਂ ਨਿਆਂ ਦੇ ਦਿਨ ਉਹ ਦੱਸੇਗਾ ਕਿ ਤੁਹਾਡੇ ਵਿੱਚ ਮੈਂ ਜ਼ਿੰਦਾ ਸੀ ਜਾਂ ਨਹੀਂ। ਜਦੋਂ ਤੁਹਾਡੇ ਵਿੱਚ ਕੋਈ ਕਸ਼ਟ ਆ ਗਿਆ ਜਾਂ ਜਦੋਂ ਕਿਸੇ ਤੁਹਾਡੇ ਆਪਣੇ ਨਾਲ ਕੋਈ ਗੱਲਬਾਤ ਹੋ ਗਈ, ਤੁਸੀਂ ਕ੍ਰੋਧ ਦੇ ਵਿੱਚ ਕੀ ਬੋਲ ਦਿੰਦੇ ਹੋ? ਕ੍ਰੋਧ ਦੇ ਵਿੱਚ ਕੀ ਗੱਲਾਂ ਕਈ ਵਾਰ ਅਸੀਂ ਕਹਿ ਦਿੰਦੇ ਹਾਂ, ਮੈਂ ਤੈਨੂੰ ਛੱਡ ਦੇਣਾ, ਮੈਂ ਇੱਥੋਂ ਚਲੇ ਜਾਣਾ ਹੈ, ਮੈਂ ਤੈਨੂੰ ਡਾਈਵੋਰਸ ਦੇ ਦੇਣਾ ਹੈ, ਮੈਂ ਤੇਰੇ ਤੋਂ ਦੂਰ ਹੋ ਜਾਣਾ, ਮੈਂ ਮਰ ਜਾਣਾ, ਮੈਂ ਹੈਂਗ ਕਰ ਲੈਣਾ। ਕੀ ਯਿਸੂ ਜ਼ਿੰਦਾ ਹੈ? ਯਿਸੂ ਇਸ ਗੱਲ ਦੇ ਲਈ ਜ਼ਿੰਦਾ ਨਹੀਂ ਮੇਰੇ ਵਿੱਚ। ਯਿਸੂ ਜ਼ਿੰਦਾ ਹੈ ਦੂਸਰਿਆਂ ਨੂੰ, ਮੇਰੇ ਜੀਵਨ ਦੇ ਰਾਹੀਂ ਦੂਸਰਿਆਂ ਨੂੰ ਬਚਾਉਣ ਦੇ ਲਈ। ਯਿਸੂ ਆਇਆ ਹੈ ਪਾਪੀਆਂ ਨੂੰ ਬਚਾਉਣ ਦੇ ਲਈ। ਯਿਸੂ ਮੇਰੇ ਵਿੱਚ ਜ਼ਿੰਦਾ ਹੈ ਦੂਸਰਿਆਂ ਨੂੰ ਮੇਰੇ ਰਾਹੀਂ ਬਚਾਉਣ ਦੇ ਲਈ। ਅਸੀਂ ਸਵੈਮ ਮਰ ਰਹੇ ਹਾਂ, ਅਸੀਂ ਸਵੈਮ ਦੂਸਰੀਆਂ ਗੱਲਾਂ ਕਰ ਰਹੇ ਹਾਂ, ਫਿਰ ਕਿਸ ਤਰ੍ਹਾਂ ਕਹਿ ਸਕਦੇ ਯਿਸੂ ਮੇਰੇ ਵਿੱਚ ਜ਼ਿੰਦਾ ਹੈ? ਜਦੋਂ ਨਿਆਂ ਕਰੇਗਾ ਪਰਮੇਸ਼ਰ ਪੁੱਤਰ ਤਾਂ ਸਾਰੀ ਤਸਵੀਰ ਖੁੱਲ ਜਾਏਗੀ। ਇਸ ਲਈ ਪਿਆਰੋ, ਪਰਮੇਸ਼ਵਰ ਦੇ ਨਿਆਂ ਦੇ ਲਈ ਆਪਣੇ ਜੀਵਨ ਨੂੰ ਪਵਿੱਤਰਤਾ ਦੇ ਨਾਲ ਬਤੀਤ ਕਰੋ, ਪ੍ਰੇਮ ਦੇ ਨਾਲ ਬਤੀਤ ਕਰੋ, ਸੱਚਾਈ ਦੇ ਨਾਲ ਬਤੀਤ ਕਰੋ, ਧਾਰਮਿਕਤਾ ਦੇ ਮੇਲ ਮਿਲਾਪ ਦੇ ਨਾਲ ਬਤੀਤ ਕਰੋ। ਸੰਸਾਰ ਅਤੇ ਸੰਸਾਰ ਦੀ ਬੁਰਾਈ ਅਤੇ ਸੰਸਾਰ ਦੇ ਕੰਮ ਦੇ ਨਾਲ ਬਤੀਤ ਨਾ ਕਰੋ। ਅਸੀਂ ਗਾਣਾ ਵੀ ਗਾਉਂਦੇ, ਖੁੱਲ ਜਾਏਗੀ किताबें जब भी हिसाब होगा, इंसाफ का तराजू यीशु के हाथ में होगा। ਗਾਣਾ ਬੜਾ ਵਧੀਆ ਹੈ, ਲੇਕਿਨ ਉਸ ਦਾ ਮੂਲ ਅਰਥ ਜਦੋਂ ਮੈਂ ਇਸ ਗੀਤ ਨੂੰ ਗਾਉਂਦਾ ਤਾਂ ਮੇਰੇ ਅੰਦਰ ਡਰ ਪੈਦਾ ਹੁੰਦਾ ਹੈ। ਇਸ ਗੱਲ ਦਾ ਡਰ ਹੁੰਦਾ ਹੈ ਕਿ ਮੈਂ ਕਿਸੇ ਚੀਜ਼ ਦੇ ਵਿੱਚ ਆਪਣੇ ਮਸੀਹ ਨੂੰ ਜਿਹੜਾ ਮੇਰੇ ਵਿੱਚ ਜ਼ਿੰਦਾ ਹੈ, ਕਿਤੇ ਮੈਂ ਉਹਦੇ ਲਈ ਠੋਕਰ ਦਾ ਕਾਰਨ ਤਾਂ ਨਹੀਂ ਬਣਿਆ। ਇਸ ਲਈ ਵਿਸ਼ਵਾਸੀ ਦਾ ਨਿਆਂ ਮਸੀਹ ਯਿਸੂ ਦੇ ਹੱਥ ਵਿੱਚ ਹੈ। ਆਪਣੇ ਆਪ ਨੂੰ ਮਸੀਹ ਦੇ ਨਿਆਂ ਦੇ ਲਈ ਤਿਆਰੀ ਦੇ ਵਿੱਚ ਰੱਖਣਾ ਹੈ। ਜਦੋਂ ਆਵੇ ਤਾਂ ਮੈਂ ਉਸ ਤਿਆਰੀ ਦੇ ਨਾਲ ਉਸ ਦੇ ਵਿੱਚ ਜਾਵਾਂ। ਦੂਸਰੀ ਗੱਲ ਇਹਦੇ ਵਿੱਚ ਮੈਂ ਦੇਖਦਾ ਹਾਂ, ਦੂਸਰਾ ਤਿਮੋਥੀਅਸ 4:8। ਜਦੋਂ ਮੈਂ ਦੂਸਰਾ ਤਿਮੋਥੀਅਸ 4:8 ਪੜ੍ਹਦਾ ਹਾਂ, ਉਸ ਦੇ ਵਿੱਚ ਵੀ ਇਹੋ ਗੱਲ ਮੇਰੇ ਸਾਹਮਣੇ ਆਉਂਦੀ ਹੈ। ਪੌਲਸ ਰਸੂਲ ਕੀ ਕਹਿੰਦਾ ਹੈ?
ਹੁਣ ਤੋਂ ਧਰਮ ਦਾ ਮੁਕਟ ਮੇਰੇ ਲਈ ਰੱਖਿਆ ਹੋਇਆ ਹੈ, ਜਿਹੜਾ ਪ੍ਰਭੂ ਧਰਮੀ ਨਿਆਈ ਹੈ। ਹੁਣ ਤੋਂ ਮੇਰੇ ਲਈ ਧਰਮ ਦਾ ਮੁਕਟ ਰੱਖਿਆ ਹੋਇਆ ਹੈ, ਜਿਹੜਾ ਪ੍ਰਭੂ ਧਰਮੀ ਅਤੇ ਨਿਆਈ ਹੈ। ਉਸ ਦਿਨ ਮੈਨੂੰ ਦੇਵੇਗਾ, ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜੋ ਉਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਜਾਣਿਆ। ਪੌਲੁਸ ਵੀ ਦੱਸਦਾ ਕਿ ਸਾਡਾ ਨਿਆਈ, ਵਿਸ਼ਵਾਸੀਆਂ ਦਾ ਨਿਆਈ ਮਸੀਹ ਯਿਸੂ ਦੇ ਕੋਲ ਹੋਣਾ ਹੈ। ਸਭ ਤੋਂ ਪਹਿਲਾ ਨਿਆਂ ਸਾਡੇ ਤੋਂ ਸ਼ੁਰੂ ਹੋਣਾ ਹੈ। ਅਸੀਂ ਦੇਖਣਾ ਹੈ ਕਿ ਉਸ ਨਿਆਂ ਦੇ ਲਈ ਤਿਆਰ ਹਾਂ। ਤੀਸਰੀ ਗੱਲ ਹੈ, ਚੌਥੀ ਗੱਲ, ਬਾਈਬਲ ਵਿਸ਼ਵਾਸੀਆਂ ਦੇ ਨਿਆਂ ਦੇ ਬਾਰੇ ਕੁਝ ਸੰਜੀਦਾ ਅਤੇ ਗੰਭੀਰ ਹੋਣ ਵਜੋਂ ਬੋਲਦੀ ਹੈ। ਕੁਝ ਸੰਜੀਦਾ ਅਤੇ ਗੰਭੀਰ ਹੋਣ ਵੱਲੋਂ ਬੋਲਦੀ ਹੈ, ਖਾਸ ਕਰਕੇ ਕਿਉਂ ਜੋ ਇਹ ਨੁਕਸਾਨ ਜਾਂ ਘਾਟੇ ਜਿਹੜੇ ਅਸੀਂ ਚੱਲਦੇ ਹਾਂ ਉਹ ਨਿਆਂ ਦੇ ਵਿੱਚ ਪ੍ਰਗਟ ਹੋਣਗੇ। ਕੁਝ ਸੰਜੀਦਾ ਅਤੇ ਗੰਭੀਰ ਗੱਲਾਂ ਬੋਲਦੀ ਹੈ। ਕਿਹੜੀ ਗੱਲ? ਮੈਂ ਪਹਿਲਾ ਕੁਰਿੰਥੀਆਂ 3 ਅਧਿਆਏ ਜਦੋਂ ਉਹਦੀ 15 ਆਇਤ ਜਿਹਨੂੰ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਉਹਦੇ ਬਾਰੇ ਮੈਂ ਆਪ ਦੇ ਅੱਗੇ ਕੁਝ ਗੱਲ ਕਰਾਂਗਾ। 3:15 ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ। 3:15 ਦੇ ਵਿੱਚ ਕਹਿੰਦਾ ਹੈ, ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹਦੀ ਹਾਨੀ ਹੋਵੇਗੀ, ਪਰ ਉਹ ਆਪ ਤਾਂ ਬਚ ਜਾਵੇਗਾ, ਪਰ ਸੜਦਿਆਂ ਸੰਜੀਦਾ ਤੇ ਗੰਭੀਰ। ਜੇ ਅਸੀਂ ਸਜਗ ਨਹੀਂ ਹੈ ਜ਼ਿੰਦਗੀ ਦੇ ਬਾਰੇ, ਗੰਭੀਰ ਨਹੀਂ ਹੈ, ਤਾਂ ਚਲੋ ਕੋਈ ਨਹੀਂ, ਜਦੋਂ ਨਿਆਂ ਆਊਗਾ ਉਦੋਂ ਦੇਖਾਂਗੇ। ਹਜੇ ਕਿਹੜਾ ਮਸੀਹ ਆ ਗਿਆ? ਕੋਈ ਨਹੀਂ। ਵਿਸ਼ਵਾਸੀਆਂ ਦੇ ਵਿੱਚ ਇਹ ਗੱਲ ਹੈ। ਵਿਸ਼ਵਾਸੀ ਇਹ ਆਪਣੇ ਜੀਵਨ ਦੇ ਵਿੱਚ ਗੱਲ ਸੋਚਦੇ ਆ, ਪਰ ਜਦੋਂ ਆਏਗਾ ਕਹਿੰਦਾ ਬਚ ਤਾਂ ਜਾਣਗੇ, ਪਰ ਸੜਦਿਆਂ ਅਸੀਂ ਵਿਸ਼ਵਾਸੀਆਂ ਨੇ ਉਸ ਅੱਗ ਦੇ ਵਿੱਚੋਂ ਹੋ ਕੇ ਲੰਘਣਾ ਹੈ। ਜੇ ਮੈਂ ਮਸੀਹ ਦੇ ਵਿੱਚ ਉਸ ਨਿਆਂ ਦੇ ਲਈ ਤਤਪਰ ਅਤੇ ਤਿਆਰ ਹੈ ਤਾਂ ਉਹ ਅੱਗ ਮੈਨੂੰ ਸਾੜੇਗੀ। ਉਹ ਅੱਗ ਮੇਰਾ ਕੋਈ ਨੁਕਸਾਨ ਨਹੀਂ ਕਰੇਗੀ। ਜਿਸ ਤਰ੍ਹਾਂ ਸ਼ਦਰਕ, ਮੇਸ਼ਕ, ਅਬੇਦਨਗੋ ਅਤੇ ਦਾਨੀਏਲ ਦਾ ਕੋਈ ਨੁਕਸਾਨ ਨਹੀਂ ਹੋਇਆ, ਉਸੇ ਤਰ੍ਹਾਂ ਸਾਡਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਬਾਈਬਲ ਇਸ ਗੱਲ ਦੇ ਬਾਰੇ ਸਾਫ਼ ਦੱਸਦੀ ਹੈ। ਦੂਸਰਾ ਯਹੰਨਾ ਜਦੋਂ ਅਸੀਂ 1:8 ਪੜ੍ਹਦੇ ਹਾਂ ਉਹਦੇ ਵਿੱਚ ਵੀ ਯਹੰਨਾ ਸਾਫ਼ ਤੌਰ ਤੇ ਉਸ ਨਿਆਂ ਦੇ ਵਿੱਚ ਗੱਲ ਕਰਦਾ ਹੈ। ਕੀ ਕਹਿੰਦਾ ਹੈ 8 ਦੇ ਵਿੱਚ? ਚੌਕਸ ਰਹੋ ਭਾਈ, ਜਿਹੜੇ ਕੰਮ ਅਸਾਂ ਕੀਤੇ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ। ਅਸੀਂ ਪ੍ਰਭੂ ਦੇ ਵਚਨ ਨੂੰ ਆਪਣੇ ਜੀਵਨ ਦੇ ਐਸ਼ ਆਰਾਮ ਦੇ ਲਈ ਬਦਲ ਦਿੰਦੇ ਹਾਂ। ਐਸ਼ ਆਰਾਮ ਦੇ ਲਈ ਬਦਲ ਦਿੰਦੇ। ਕਈ ਲੋਕ ਤਾਂ ਇਹ ਕਹਿੰਦੇ ਆ ਕਿ ਇਹ ਵਚਨ ਪ੍ਰਭੂ ਦੇ ਵਿੱਚ ਹੋਣਾ ਨਹੀਂ ਚਾਹੀਦਾ। ਮੈਂ ਸਮਝਦਾ ਹਾਂ ਪ੍ਰਭੂ ਯਿਸੂ ਨਵਾਂ ਨਿਯਮ ਜਿਹੜੀ ਅੰਜੀਲ ਹੈ, ਜਦੋਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਨੂੰ ਅਸੀਂ ਵੇਖਦੇ ਹਾਂ ਤਾਂ ਉਹਦੇ ਵਿੱਚ ਸਾਡੇ ਜੀਵਨ ਦੇ ਅੱਗੇ ਸੋਨੇ ਚਾਂਦੀ ਦਾ ਕੋਈ ਮਹੱਤਵ ਨਹੀਂ। ਸੋਨੇ ਚਾਂਦੀ ਦਾ ਕੋਈ ਮਹੱਤਵ ਨਹੀਂ, ਕੱਪੜੇ ਦਾ ਕੋਈ ਮਹੱਤਵ ਨਹੀਂ, ਪਰ ਅਸੀਂ ਉਸ ਸਧਾਰਨ ਜੀਵਨ ਨੂੰ ਜੀਣ ਦੀ ਬਜਾਏ ਅਸੀਂ ਦੁਨੀਆ ਦੀ ਚਮਕ ਦਾ ਜੀਵਨ ਬਤੀਤ ਕਰਦੇ ਹਾਂ। ਦੁਨੀਆ ਦੀ ਰੰਗਤ ਨੂੰ ਆਪਣੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਹੀ ਨਹੀਂ ਹੈ ਮੇਰੇ ਪਿਆਰੋ। ਮੇਰਾ ਪ੍ਰਭੂ ਚਰਨੀ ਦੇ ਵਿੱਚ ਕਿਉਂ ਆਇਆ? ਮੇਰੇ ਪ੍ਰਭੂ ਨੇ ਸਧਾਰਨ ਜੀਵਨ ਕਿਉਂ? ਉਹ ਜਦ ਕਿ ਰਾਜਾ ਸੀ, ਸਵਰਗਦੂਤ ਉਹਦੀ ਮਹਿਮਾ ਕਰਦੇ ਸੀ, 4 ਪ੍ਰਾਣੀ ਉਸਦੇ ਨਾਮ ਨੂੰ ਹਮੇਸ਼ਾ ਉੱਚਾ ਕਰਦੇ ਸੀ, 24 ਪ੍ਰਾਚੀਨ ਝੁੱਕ ਕੇ ਉਹਦੀ ਆਰਾਧਨਾ ਕਰਦੇ ਸੀ। ਉਹ ਪ੍ਰਭੂ ਜਿਹੜਾ ਸਵਰਗ ਦੇ ਵਿੱਚ ਆਦਰ, ਮਾਨ, ਮਹਿਮਾ ਅਤੇ ਉਸਤਤ ਦੇ ਯੋਗ ਸੀ, ਉਹ ਇਸ ਧਰਤੀ ਦੇ ਵਿੱਚ ਸਧਾਰਨ ਬਣ ਕੇ ਕਿਉਂ ਆਇਆ? ਕਿ ਅਸੀਂ ਇਸ ਗੱਲ ਨੂੰ ਜਾਣਦੇ ਨਹੀਂ? ਮੈਂ ਅਤੇ ਆਪ ਚੰਗੀ ਤਰ੍ਹਾਂ ਜਾਣਦੇ ਹਾਂ।
ਜੇ ਉਹ ਰਾਜਾ ਬਣ ਕੇ ਆਂਦਾ ਤਾਂ ਹੋ ਸਕਦਾ ਅਸੀਂ ਉਹਦੇ ਨੇੜੇ ਨਾ ਜਾਂਦੇ। ਹੋ ਸਕਦਾ ਸਾਡੇ ਮੂੰਹ ਦੇ ਵਿੱਚੋਂ ਇਹ ਸ਼ਬਦ, ਲੈ ਉਹ ਤਾਂ ਰਾਜਾ, ਉਹਨੂੰ ਤਾਂ ਕਿਸੇ ਗੱਲ ਦੀ ਕਮੀ ਨਹੀਂ। ਪਰ ਮੇਰਾ ਪ੍ਰਭੂ ਚਰਨੀ ਦੇ ਵਿੱਚ ਹੋ ਕੇ ਆਇਆ, ਇਹਦਾ ਮਤਲਬ ਉਹ ਨਮਰ ਅਤੇ ਦੀਨ ਬਣ ਕੇ ਆਇਆ ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ। ਸਧਾਰਨ ਜ਼ਿੰਦਗੀ ਜੀਵਨ ਬਤੀਤ ਕੀਤਾ ਕਿ ਮੈਂ ਉਹਦੇ ਪ੍ਰੇਮ ਨੂੰ ਆਪਣੇ ਵਿੱਚ ਪਾ ਸਕਾਂ। ਮੈਂ ਆਪ ਦੇ ਨਾਲ ਇੱਕ ਗੱਲ ਕਰਦਾ ਹਾਂ, ਜੇ ਤੁਸੀਂ ਕਿਸੇ ਅਫਸਰ ਦੇ ਕੋਲ ਜਾਂ ਤੁਸੀਂ ਕਿਸੇ ਮਨਿਸਟਰ ਦੇ ਕੋਲ ਜਾਓ, ਗੰਦੇ ਕੱਪੜੇ ਪਾ ਕੇ ਜਾ ਸਕਦੇ ਹੋ? ਉਹਨੂੰ ਮਿਲ ਸਕਦੇ ਹੋ? ਕਦੇ ਵੀ ਨਹੀਂ ਹੋ ਸਕਦਾ ਹੈ। ਮੇਰਾ ਪ੍ਰਭੂ ਇਸ ਲਈ ਆਇਆ ਕਿਉਂਕਿ ਉਹਨੂੰ ਮੇਰੀ ਔਕਾਤ ਦਾ ਪਤਾ ਸੀ। ਮੈਂ ਇਸ ਔਕਾਤ ਦੇ ਯੋਗ ਨਹੀਂ ਕਿ ਮੈਂ ਉਹਦੇ ਨਾਲ ਜਾ ਕੇ ਬੈਠ ਸਕਾਂ, ਪਰ ਉਹ ਸਧਾਰਨ ਬਣ ਕੇ ਆਇਆ ਕਿ ਉਹ ਮੇਰੇ ਨਾਲ ਬੈਠ ਸਕੇ। ਉਹਨੇ ਮੇਰੇ ਨਾਲ ਬੈਠ ਕੇ ਮੈਨੂੰ ਬਚਾਵ ਦਾ ਕਾਰਨ ਔਰ ਬਚਾਵ ਦਾ ਕਾਰਜ ਕੀਤਾ ਹੈ। ਇਸ ਲਈ ਉਸਨੇ ਕਿਹਾ, ਜੇ ਤੁਸੀਂ ਇਸ ਜੀਵਨ ਦੇ ਨਾਲ ਜੀ ਕੇ ਇਸ ਦੁਨੀਆ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਸੱਚਮੁੱਚ ਮੇਰੇ ਨਾਲ ਰਾਜ ਕਰੋਗੇ, ਸੱਚਮੁੱਚ ਤੁਸੀਂ ਮੇਰੀ ਸੀਟ ਦੇ ਨਾਲ ਬੈਠੋਗੇ। ਨਿਆਂ ਦੀ ਗੱਲ ਕੀਤੀ ਗਈ ਹੈ ਔਰ ਇਹ ਸੰਜੀਦਾ ਅਤੇ ਗੰਭੀਰ ਹੈ ਕਿ ਮੇਰਾ ਜੀਵਨ ਇਸ ਦੁਨੀਆ ਦੇ ਵਿੱਚ ਦੁਨੀਆ ਦੇ ਲੋਕਾਂ ਦੇ ਸਾਹਮਣੇ ਸਧਾਰਨ ਹੈ ਜਾਂ ਨਹੀਂ। ਕਿ ਮੇਰੇ ਇਸ ਸਧਾਰਨ ਜੀਵਨ ਦੇ ਨਾਲ ਲੋਕ ਬਚਾਏ ਜਾਂਦੇ ਆ ਜਾਂ ਨਹੀਂ। ਕਿ ਮੇਰੇ ਇਸ ਸਧਾਰਨ ਜੀਵਨ ਦੇ ਰਾਹੀਂ ਕਿ ਉਹ ਮੇਰੇ ਮਸੀਹ ਨੂੰ ਪਛਾਣਦੇ ਆ ਜਾਂ ਨਹੀਂ। ਇਸ ਗੱਲ ਦਾ ਨਿਆਂ ਹੋਣਾ ਹੈ। ਉਸ ਨਿਆਂ ਦੇ ਵਿੱਚ ਐ ਨਹੀਂ ਦੇਖਣਾ ਤੁਸੀਂ ਕਿੰਨੇ ਦੀ ਸ਼ਰਟ ਪਾਈ ਸੀ, ਕਿੰਨੀ ਮਹਿੰਗੀ ਸ਼ਰਟ ਪਾਈ ਸੀ। ਉੱਥੇ ਇਹ ਨਹੀਂ ਦੇਖਣਾ ਤੁਸੀਂ ਕਿੰਨੇ ਮਹਿੰਗੇ ਕੱਪੜੇ ਪਾਏ ਸੀ, ਤੁਸੀਂ ਕਿੰਨੀਆਂ ਕਿੰਨੀਆਂ ਗੁੱਠੀਆਂ ਪਾਈਆਂ ਸੀ, ਕਿੰਨੇ ਕਿੰਨੇ ਤੁਸੀਂ ਔਰਨਾਮੈਂਟ, ਕਿੰਨੇ ਮਹਿੰਗੇ ਮਹਿੰਗੇ ਪਰਫਿਊਮ ਯੂਜ਼ ਕੀਤੇ ਸੀ। ਉੱਥੇ ਇਹ ਚੀਜ਼ਾਂ ਨਹੀਂ ਦੇਖਣੀਆਂ। ਉੱਥੇ ਇਹ ਦੇਖਣਾ ਹੈ ਪ੍ਰਭੂ ਯਿਸੂ ਮਸੀਹ ਨੇ ਜਿਸ ਤਰ੍ਹਾਂ ਮੈਂ ਸਧਾਰਨ ਬਣ ਕੇ ਲੋਕਾਂ ਨੂੰ ਆਪਣੇ ਕੋਲ ਜਿੱਤਿਆ ਹੈ, ਕਿ ਤੁਸੀਂ ਸਧਾਰਨ ਬਣ ਕੇ ਦੂਸਰਿਆਂ ਦੇ ਲਈ ਜੋ ਕੰਮ ਮੈਂ ਕੀਤਾ ਮੁਕਤੀ ਦਾ ਕਾਰਨ ਬਣੇ ਹੋ। ਕਿ ਤੁਹਾਡੇ ਜੀਵਨ ਦੇ ਰਾਹੀਂ ਮੁਕਤੀ ਦਾ ਸੰਦੇਸ਼ ਉਹਨਾਂ ਤੱਕ ਗਿਆ ਹੈ। ਪਿਆਰੋ, ਇਹ ਸੰਜੀਦਾ ਅਤੇ ਗੰਭੀਰ ਗੱਲ ਹੈ ਜਿਸ ਦਾ ਨਿਆਂ ਪਰਮੇਸ਼ਵਰ ਨੇ ਮੇਰੇ ਜੀਵਨ ਦੇ ਵਿੱਚ ਕਰਨਾ ਹੈ। ਜਦੋਂ ਉਹ ਇਸ ਗੱਲ ਦੇ ਲਈ ਆਏਗਾ ਤਾਂ ਉਹਦੇ ਆਉਣ ਤੇ ਮੈਨੂੰ ਸ਼ਰਮਿੰਦਾ ਨਾ ਹੋਣਾ ਪਵੇ। ਪਹਿਲਾ ਯਹੋਨਾ ਜਦੋਂ 2:28 ਪੜ੍ਹਦੇ ਆ ਤਾਂ ਉਸ ਦੇ ਵਿੱਚ ਇਹੋ ਤਾਂ ਯਹੋਨਾ ਕਹਿੰਦਾ ਹੈ ਅਤੇ ਹੁਣ ਇਹ ਬੱਚਿਓ ਤੁਸੀਂ ਉਸ ਦੇ ਵਿੱਚ ਕਾਇਮ ਰਹੋ ਭਾਈ, ਜਦ ਉਹ ਪ੍ਰਗਟ ਹੋਵੇ ਤਾਂ ਸਾਨੂੰ ਦਲੇਰੀ ਹੋਵੇ ਅਤੇ ਉਹਦੇ ਆਉਣ ਦੇ ਵੇਲੇ ਅਸੀਂ ਉਹਦੇ ਅੱਗੇ ਲੱਜਿਆਵਾਨ ਨਾ ਹੋਈਏ। ਉਹਦੇ ਆਉਣ ਦੇ ਸਮੇਂ, ਇਹਦਾ ਮਤਲਬ ਮੈਨੂੰ ਹੁਣ ਤਿਆਰੀ ਕਰਨੀ ਹੈ। ਮੇਰਾ ਨਿਆਂ ਹੋਣਾ ਹੈ ਕਿ ਮੈਂ ਉਸ ਨਿਆਂ ਦੇ ਲਈ ਤਿਆਰੀ ਕਰ ਰਿਹਾ ਹਾਂ। ਮੈਂ ਸੋਚ ਰਿਹਾ ਹਾਂ ਮੈਨੂੰ ਇੱਕ ਵਧੀਆ ਜੋਬ ਮਿਲ ਜਾਏ, ਮੇਰਾ ਵਿਆਹ ਹੋ ਜਾਏ, ਇੱਕ ਅੱਛੀ ਆਪਣਾ ਮੈਨੂੰ ਪਤਨੀ ਮਿਲ ਜਾਏ ਅਤੇ ਮੇਰਾ ਅੱਛਾ ਕਾਰੋਬਾਰ ਹੋਵੇ, ਮੇਰਾ ਅੱਛਾ ਪਰਿਵਾਰ ਹੋਵੇ। ਇਹ ਸੋਚਣਾ ਗਲਤ ਨਹੀਂ ਹੈ, ਪਰ ਕੀ ਮਸੀਹ ਮੇਰੇ ਜੀਵਨ ਵਿੱਚ ਹੈ, ਜੇ ਉਸ ਦਾ ਨਿਆਂ ਮੇਰੇ ਵਿੱਚ ਹੈ ਤਾਂ ਮੇਰੇ ਲਈ ਇਹ ਬਿਹਤਰ ਹੋਵੇਗਾ, ਅੱਛਾ ਹੋਵੇਗਾ ਔਰ ਇਸ ਦਾ ਪ੍ਰਤੀਫਲ ਮੈਨੂੰ ਪ੍ਰਭੂ ਤੋਂ ਮਿਲੇਗਾ। ਉੱਥੇ ਮੈਨੂੰ ਫਿਰ ਲੱਜਾਵਾਨ ਨਹੀਂ ਹੋਣਾ ਪਏਗਾ। ਇਸ ਲਈ ਸੰਜੀਦਾ ਅਤੇ ਗੰਭੀਰ ਜੀਵਨ ਬਤੀਤ ਕਰਨ ਦੀ ਲੋੜ ਹੈ ਅਤੇ ਇੱਕ ਵਿਅਕਤੀ ਪੂਰੇ ਜੀਵਨ ਦੇ ਕੰਮ, ਉਹਦੇ ਜਿਹੜੇ ਕੰਮ ਹੈ ਕਿਤੇ ਸੜ ਨਾ ਜਾਣ। ਜਿਵੇਂ ਅਸੀਂ ਪਹਿਲਾਂ ਕੁਰਾਂਥੀਆਂ ਦੇ ਵਿੱਚ ਪੜ੍ਹ ਚੁੱਕੇ ਹਾਂ। ਤੁਸੀਂ ਇੱਕ ਵਿਅਕਤੀ ਦੇ ਬਾਰੇ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ, ਉਹਨੇ ਬਹੁਤ ਪੈਸਾ ਕਮਾ ਲਿਆ ਅਤੇ ਉਹਨੇ ਕਿਹਾ ਹੁਣ ਮੇਰੇ ਲਈ, ਮੇਰੇ ਬੱਚਿਆਂ ਦੇ ਲਈ, 7 ਪੀੜ੍ਹੀਆਂ ਦੇ ਲਈ ਕਾਫੀ ਹੈ। ਤਦ ਉਸੇ ਵੇਲੇ ਉਹਨੂੰ ਆਵਾਜ਼ ਆਈ, ਮੂਰਖ, ਅੱਜ ਹੀ ਤੇਰਾ ਪ੍ਰਾਣ ਲੈ ਲਿੱਤਾ ਜਾਏਗਾ। ਉਹ ਸਾਰਾ ਸੜ ਗਿਆ, ਸਵਾਹ ਹੋ ਗਿਆ। ਕੀ ਫਾਇਦਾ ਉਹਦਾ? ਕੀ ਮਤਲਬ? ਆਯੂਬ ਨੂੰ ਯਾਦ ਕਰਦੇ ਆ।
ਅਯੂਬ ਦੇ ਕੋਲ ਜਿੰਨੀ ਧਨ ਦੌਲਤ ਸੀ ਸਾਰੀ ਉਹਨੂੰ ਮਿਲੀ ਹੋਈ ਸੀ, ਸਭ ਤਬਾਹ ਹੋ ਗਈ। ਪਰ ਉਹਨੇ ਉਸ ਚੀਜ਼ ਦੇ ਉੱਤੇ ਧਿਆਨ ਨਹੀਂ ਕੀਤਾ। ਉਹਨੇ ਕੀ ਕਿਹਾ? ਮੈਂ ਯਾਦ ਕਰਦਾ ਹਾਂ ਅਯੂਬ 1:21, ਉਹਨੇ ਕਿਹਾ ਪਰਮੇਸ਼ਰ ਮੈਂ ਨੰਗਾ ਆਇਆ ਤੇ ਨੰਗਾ ਮੁੜ ਜਾਵਾਂਗਾ, ਜੋ ਤੈਂ ਮੈਨੂੰ ਦਿੱਤਾ ਮੈਂ ਉਸ ਵਿੱਚ ਖੁਸ਼ ਹਾਂ, ਮੈਂ ਤੇਰਾ ਧੰਨਵਾਦ ਕਰਦਾ। ਕੀ ਹੈ ਇਸ ਤਰ੍ਹਾਂ ਦਾ ਸੰਜੀਦਾ ਅਤੇ ਗੰਭੀਰ ਜੀਵਨ? ਕੀ ਇਸ ਤਰ੍ਹਾਂ ਦੀ ਸਾਡੇ ਵਿੱਚ ਹਿੰਮਤ ਹੈ? ਜੇ ਸਾਡਾ ਨੁਕਸਾਨ ਹੋ ਗਿਆ, ਕੁਝ ਵੀ ਹੋ ਗਿਆ, ਇਸ ਤਰ੍ਹਾਂ ਕਹਿ ਸਕਦੇ ਆ ਪ੍ਰਭੂ ਤੇਰਾ ਧੰਨਵਾਦ। ਕ੍ਰੋਧ ਦੀ ਅਗਨੀ ਨਾਲ ਭਰ ਜਾਂਦੇ ਆ, ਚਿੰਤਾ ਦੇ ਨਾਲ, ਡਿਪਰੈਸ਼ਨ ਦੇ ਵਿੱਚ ਆ ਜਾਂਦੇ। ਏਦਾਂ ਨਹੀਂ ਹੋਇਆ ਤਾਂ ਕੀ ਹੋਊਗਾ, ਲੋਕੀ ਮੇਰੇ ਬਾਰੇ ਆਹ ਕਹਿੰਦੇ ਆ, ਲੋਕੀ ਆਹ ਕਹਿੰਦੇ, ਚਲੋ ਮੈਂ ਏਦਾਂ ਕਰ ਲਵਾਂ। ਮੇਰਾ ਪ੍ਰਭੂ ਮੇਰੇ ਬਾਰੇ ਕੀ ਕਹਿ ਰਿਹਾ ਸੀ ਇਹ ਨਹੀਂ ਸੋਚਦੇ। ਸੰਸਾਰ ਦੀ ਸ਼ਰਮਿੰਦਗੀ ਤੋਂ ਬਚਣ ਦੇ ਲਈ ਅਸੀਂ ਗਲਤ ਕਦਮ ਵੀ ਚੱਕ ਲੈਂਦੇ। ਉਹਦਾ ਨਤੀਜਾ ਸਾਡੇ ਜੀਵਨ ਦੇ ਵਿੱਚ ਆਉਂਦਾ। ਕਹਿੰਦਾ ਦੇਹ ਦੇ ਵਿੱਚ ਭੋਗਣਾ ਹੈ, ਬਚ ਨਹੀਂ ਸਕਦੇ ਹਾਂ। ਵਿਸ਼ਵਾਸੀ ਦੇ ਨਿਆਂ ਵਿੱਚ ਪਰਮੇਸ਼ਰ ਰਾਹੀਂ ਅਪਰਾਧੀ ਠਹਿਰਾਏ ਜਾਣਾ ਬੜੀ ਕ੍ਰੋਧ ਦੀ ਗੱਲ ਹੈ। ਪਰਮੇਸ਼ਰ ਤੋਂ ਅੱਡ ਹੋਣਾ ਅਤੇ ਸਵਰਗ ਤੋਂ ਕੱਢ ਦਿੱਤੇ ਜਾਣਾ ਇਹ ਸ਼ਾਮਲ ਨਹੀਂ ਹੋਵੇਗਾ। ਬੜਾ ਗੰਭੀਰ ਜੀਵਨ ਹੈ ਵਿਸ਼ਵਾਸੀ ਦਾ, ਕਲੀਸਿਆ ਦਾ। ਇਹਨੂੰ ਹਲਕੇ ਨਾ ਜਾਣਿਓ। ਹਾਂ, ਜੋ ਮਨ ਦੇ ਵਿੱਚ ਆਇਆ ਸੀ ਕਰੀ ਜਾਈਏ, ਬਹੁਤ ਗਲਤ ਹੈ। ਅੱਜ ਦਾ ਜਿਹੜਾ ਮੇਰੇ ਕੋਲ ਮਸੀਹ ਨਿਆਈ ਹੈ ਅਤੇ ਵਿਸ਼ਵਾਸੀ ਨੂੰ ਸੰਜੀਦਾ ਅਤੇ ਗੰਭੀਰ ਜੀਵਨ ਬਤੀਤ ਕਰਨਾ ਹੈ ਜੇ ਪਰਮੇਸ਼ਰ ਦੇ ਨਿਆਂ ਦੇ ਸਾਹਮਣੇ ਖੜੇ ਰਹਿਣਾ ਹੈ ਤਾਂ। ਨਹੀਂ ਤਾਂ ਨਿਆਂ ਦੀ ਤਲਵਾਰ ਲਟਕੀ ਹੋਈ ਹੈ। ਕੱਲ ਮੈਂ ਆਪ ਦੇ ਨਾਲ ਹੋਵਾਂਗਾ। ਜੋ ਕੁਝ ਤੁਸੀਂ ਕੀਤਾ ਉਹ ਪ੍ਰਗਟ ਕੀਤਾ ਜਾਵੇਗਾ। ਜੋ ਕੁਝ ਤੁਸੀਂ ਕੀਤਾ ਹੈ ਬੋਲਣ ਦੇ ਨਾਲ, ਦੇਖਣ ਦੇ ਨਾਲ, ਚੱਲਣ ਦੇ ਨਾਲ, ਬੈਠਣ ਦੇ ਨਾਲ, ਉਹ ਸਭ ਪ੍ਰਗਟ ਕੀਤਾ ਜਾਏਗਾ। ਉਸ ਦਾ ਨਿਆਂ ਮਸੀਹ ਕਰੇਗਾ। ਕੱਲ ਅਸੀਂ ਇਸ ਵਿਸ਼ੇ 'ਚ ਵਿਸ਼ਵਾਸੀਆਂ ਦੇ ਇਸ ਨਿਆਂ ਦੇ ਵਿਖੇ 'ਚ ਵੇਖਾਂਗੇ। ਤਦ ਤੱਕ ਪ੍ਰਭੂ ਮੈਨੂੰ ਅਲਵਿਦਾ ਹੋਣ ਦੇ ਲਈ ਮਦਦ ਕਰੇ। ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।